दस दिस खोजत मैं फिरियो, जत देखूं तत सोए। मन बस आवे नानका, जे पूरन कृपा होए। पौड़ी दसवीं। दस द्वार बस कीने, मन संतोख नाम जप लीने। करनी सुनिए जस गोपाल, नैनी पेखत साधु दयाल। रसना गुण गावे बेअंत, मन में चितवै पूर्ण भगवंत। हस्त चरण संत टहल कमाइए, नानक ए संयम प्रभ कृपा पाइए। वाहिगुरु जी का खालसा, वाहिगुरु जी की फतेह। पातशाह इस श्लोक विच फरमांदे ने, दस दिस खोजत मैं फिरियो। दस गिणती का शब्द है। दिस दिशावां। आम तौर ते असी चार दिशावां का जिक्र पढ़ते सुनते, उत्तर दक्षिण पूरब पश्चिम। पर सवाल पैदा हुंदा, 10 दिशा किहड़ियां? चार दिशावां उत्तर दक्षिण पूरब पश्चिम। चार उन्हां दे ईसाणु कोने हन, नुकरां हन। चार ते चार 8 हो गए। धरती ते आसमान दो जमा कर लो 10 हो। कहण दा भाव, मैं दसो दिशावां विच खोजत मैं फिरियो, लभदा फिरदा। जिथे भी जांदा हां, जत देखो तत सोए। जिधर भी देखता हाँ कि वो परमात्मा ही विराजमान। जंगलों में जाके देखिया, पहाड़ों में जाके देखिया, भाव कोई ऐसी जगह है ही नहीं। इसलिए पातशाह ने कहा, जहां जहां पेखो ता हजूर, दूर कतो ना जाई। रब रहा सर्वत्र में, मन सदा त्याई। वो मेरा मालिक जिधर भी देखता उधर मौजूद है। संतो कट कट रहा समाहियो, पूरन पूर रहो सर्व में। जल थल रमैया आए हो। वो परमात्मा सब जगह ते मौजूद। दस दिस खोजत मैं फिरियो, जत देखो तत सोए। जत मतलब जिधर, तत मैं ना ओ। जिधर भी देखता सब जगह मैनू परमात्मा ही नजर आता। पर मन बस आवे नानका, जे पूर्ण कृपा होए। ये जिहड़ा मेरा मन है, बस आवे नानका, नानक जी फरमांदे ने, ये तां बस विच आउंदा है, काबू आउंदा है, जे उहदी पूर्ण कृपा हो जाए। इहदा मतलब सानू उहदी कृपा की लोड़ है। असी अपने यत्नां नाल इस नूं वस विच करना चाहुंदे। काहू लै पाहन पूज धरियो सिर, काहू लै लिंग करे लटकायो। काहू लख्यो हर अवाची दिशा में, काहू पछाह को शीश निभायो। को बुतान को पूजत हैं पस, को मृतान को पूजन धायो। कूर क्रिया उर्जो सब ही जग, श्री भगवान को भेद न पायो।
ਗਰੇ ਤਜ ਬਨ ਖੰਡ ਜਾਈਐ, ਚੁਨ ਖਾਈਐ ਕੰਦਾ। ਅਜੋ ਵਿਕਾਰ ਨ ਛੋੜਈ, ਪਾਪੀ ਮਨ ਮੰਦਾ। ਕਿਉ ਛੂਟੋ ਕੈਸੇ ਤਰੂੰ, ਭਵਜਲ ਨਿਧ ਭਾਰੀ। ਰਾਖ ਰਾਖ ਮੇਰੇ ਬੀਠੋਲਾ, ਜਨ ਸ਼ਰਨ ਤੁਮਾਰੀ। ਮਨ ਭਸ ਆਵੈ ਨਾਨਕਾ, ਜੇ ਪੂਰਨ ਕਿਰਪਾ ਹੋਏ। ਇਹ ਮਨ ਤਾਂ ਹੀ ਭਸ ਵਿੱਚ ਆਉਂਦਾ ਜੇ ਉਹਦੀ ਮੁਕੰਮਲ ਕਿਰਪਾ ਹੋ ਜਾਏ। ਤੇ ਫਿਰ ਕਿਰਪਾ ਵਾਸਤੇ ਸਾਨੂੰ ਉਹਦੇ ਚਰਨਾਂ ਵਿੱਚ ਅਰਦਾਸ ਕਰਨੀ ਚਾਹੀਦੀ, ਤੇ ਉੱਠਦਿਆਂ ਬਹਿੰਦਿਆਂ ਤੁਰਦਿਆਂ ਫਿਰਦਿਆਂ ਉਹਦਾ ਸਿਮਰਨ ਕਰਨਾ ਚਾਹੀਦਾ। ਬਾਣੀ ਵਿੱਚ ਇਹੋ ਹੀ ਤਰੀਕਾ ਦੱਸਿਆ ਕਿ ਜਿਤਨਾ ਵੱਧ ਤੋਂ ਵੱਧ ਹੋ ਸਕੇ ਗੁਰਮੁਖਾਂ ਦੀ ਸੰਗਤ ਕਰੋ। ਭੱਟ ਕੀਰਤ ਜੀ ਨੇ ਬਹੁਤ ਠੀਕ ਕਿਹਾ, ਹਮੇ ਅਵਗੁਣ ਭਰੇ, ਏਕ ਗੁਣ ਨਾਈ। ਅੰਮ੍ਰਿਤ ਛਾੜ ਬਿਖੈ ਬਿਖ ਖਾਈ, ਮਾਇਆ ਮੋਹ ਭਰਮ ਪੈ ਭੂਲੇ। ਸੁਤਦਾਰਾ ਸਿਉ ਪ੍ਰੀਤ ਲਗਾਈ, ਇੱਕ ਉਤਮ ਪੰਥ ਸੁਨਿਓ ਗੁਰ ਸੰਗਤ। ਤੇ ਮਿਲੰਤ ਜਮ ਤਰਾਸ ਮਿਟਾਈ, ਇੱਕ ਅਰਦਾਸ ਪਾਠ ਕੀਰਤ ਕੀ। ਗੁਰ ਰਾਮਦਾਸ ਰਾਖੋ ਸ਼ਰਨਾਈ। 10 ਦਿਸ ਖੋਜਤ ਮੈਂ ਫਿਰਿਓ, ਜਤ ਦੇਖੋ ਤਤ ਸੋਏ। ਮਨ ਬਸ ਆਵੈ ਨਾਨਕਾ, ਜੇ ਪੂਰਨ ਕਿਰਪਾ ਹੋਏ। ਇਹ ਮਨ ਤਾਂ ਕਾਬੂ ਵਿੱਚ ਆਉਂਦਾ ਜੇ ਉਹਦੀ ਪੂਰਨ ਕਿਰਪਾ ਹੋ ਜਾਏ। ਤੇ ਜਦੋਂ ਉਸ ਦੀ ਕਿਰਪਾ ਹੋ ਜਾਏ, ਜਦੋਂ ਕੋਈ ਗੁਰੂ ਦੇ ਦੱਸੇ ਹੋਏ ਤਰੀਕੇ ਨਾਲ ਕਰੇ ਇਸ਼ਨਾਨ, ਸਿਮਰ ਪ੍ਰਭ ਆਪਣਾ। ਮਨ ਤਨ ਭੈ ਅਰੋਗਾ, ਕੋਟ ਬਿਗਨ ਲਾਥੇ ਪ੍ਰਭ ਸ਼ਰਨਾ। ਪ੍ਰਗਟੇ ਭਲੇ ਸੰਜੋਗਾ, ਪ੍ਰਭ ਬਾਣੀ ਸ਼ਬਦ ਸੁਭਾਖਿਆ। ਗਾਵੋ ਸੁਣੋ ਪੜੋ ਨਿਤ ਭਾਈ, ਗੁਰ ਪੂਰੇ ਤੂੰ ਰਾਖਿਆ। ਬਸ ਜਦੋਂ ਗੁਰੂ ਪੂਰੇ ਦੇ ਦੱਸੇ ਹੋਏ ਤਰੀਕੇ ਨਾਲ ਅਸੀਂ ਆਪਣੇ ਜੀਵਨ ਨੂੰ ਢਾਲ ਲਵਾਂਗੇ, ਫਿਰ ਉਸ ਦੀ ਕਿਰਪਾ ਹੁੰਦਿਆਂ ਦੇਰ ਨਹੀਂ ਹੋਵੇ। ਇਸੇ ਲਈ ਸਾਡੇ ਤੇ ਗੁਰੂ ਪਾਤਸ਼ਾਹ ਨੇ ਕਿਰਪਾ ਕੀਤੀ, ਸਾਨੂੰ ਢੰਗ ਤਰੀਕਾ ਦੱਸਿਆ। ਭਾਈ 4 ਕੰਮ ਰੋਜ਼ ਕਰਿਆ ਕਰੋ। ਅੰਤਰ ਗੁਰ ਆਰਾਧਨਾ, ਜੇਵਾ ਜਪ ਗੁਰ ਨਾਉ। ਨੇਤਨੀ ਸਤਿਗੁਰ ਪੇਖਣਾ, ਸ਼੍ਰਵਣੀ ਸੁਨਣਾ ਗੁਰ ਨਾਉ। ਸਤਿਗੁਰ ਸੇਤੀ ਰਤਿਆ, ਦਰਗਾ ਪਾਈਐ ਠਾਉ। ਕਉ ਨਾਨਕ ਕਿਰਪਾ ਕਰੇ, ਜਿਸਨੂੰ ਇਹ ਵਥ ਦੇ। ਜਗ ਮੈਂ ਉਤਮ ਕਾਂਡੀਐ, ਵਿਰਲੇ ਕੇ। ਗੁਰਸਿੱਖ ਭਲ ਕੇ ਉੱਠ ਕਰ, ਅੰਮ੍ਰਿਤ ਵੇਲੇ ਸਰਨਾ ਵੰਦਾ। ਗੁਰ ਕੇ ਬਚਨ ਉਚਾਰ ਕੇ, ਧਰਮਸਾਰ ਦੀ ਸੁਰਤ ਕਰਨ ਦਾ। ਸਾਧ ਸੰਗਤ ਵਿੱਚ ਜਾਏ ਕੇ, ਗੁਰਬਾਣੀ ਦੇ ਪ੍ਰੀਤ ਸੁਣਨ ਦਾ। ਕਿਰਤ ਵਿਰਤ ਕਰ ਧਰਮ ਦੀ, ਲੈ ਪ੍ਰਸਾਦ ਆਣ ਵਰਤਨ ਦਾ। ਗੁਰਸਿੱਖਾਂ ਨੂੰ ਦੇ ਕੇ, ਪਿੱਛੋਂ ਬਚਿਆ ਆਪ ਖਵੰਦਾ। ਗੁਰਮੁਖ ਗਾਡੀ ਰਾਹ ਚਲੰਦਾ। ਤੋ 10ਵੀਂ ਤਿਥ ਦੁਆਰਾ ਮਹਾਰਾਜ ਸਮਝਾਉਂਦੇ ਨੇ, ਜਿਹੜਾ ਫਿਰ ਉਹਦੀ ਕਿਰਪਾ ਦਾ ਪਾਤਰ ਹੋ ਜਾਂਦਾ। 10ਵੀਂ 10 ਦੁਆਰ ਬਸ ਕੀਨੇ, ਉਹ ਇਹਨਾਂ ਸਾਰੇ ਦਰਵਾਜ਼ਿਆਂ ਨੂੰ ਵਸ ਵਿੱਚ ਕਰ ਲੈਂਦਾ। ਵਸ ਵਿੱਚ ਕਰਨ ਦਾ ਮਤਲਬ ਇਹਨਾਂ ਨੂੰ ਆਪਣੇ ਤਰੀਕੇ ਨਾਲ ਵਰਤਦਾ, ਇਹਨਾਂ ਦੇ ਪਿੱਛੇ ਨਹੀਂ ਲੱਗਦਾ। ਅਸੀਂ ਇਹਨਾਂ ਦੇ ਪਿੱਛੇ ਲੱਗੇ ਹੋਏ।
ਅੱਖਾਂ ਕੀ ਤੱਕਣਾ ਚਾਹੁੰਦੀਆਂ ਨੇ, ਕੰਨ ਕੀ ਸੁਣਨਾ ਚਾਹੁੰਦੇ ਨੇ, ਜੀਭਾ ਕੀ ਬੋਲਣਾ ਅਸੀਂ ਇਹਨਾਂ ਦੇ ਪਿੱਛੇ ਲੱਗ। ਵਸ ਵਿੱਚ ਕਰਨ ਦਾ ਮਤਲਬ ਹੁੰਦਾ ਹੈ ਇਹਨਾਂ ਨੂੰ ਆਪਣੇ ਕੰਟਰੋਲ ਵਿੱਚ ਰੱਖਣਾ। ਜਿਵੇਂ ਇੱਕ ਆਮ ਮਿਸਾਲ ਦਿੱਤੀ ਜਾਂਦੀ ਹੈ ਕਿ ਘੋੜਾ ਹੈ ਸਵਾਰੀ ਵਾਸਤੇ, ਪਰ ਘੋੜੇ ਦੀ ਸਵਾਰੀ ਤਾਂ ਫਾਇਦੇਮੰਦ ਹੈ ਜੇ ਘੋੜੇ ਦੀ ਲਗਾਮ ਸਵਾਰ ਦੇ ਹੱਥ ਵਿੱਚ ਹੋਵੇ। ਜੇ ਘੋੜਾ ਹੋਵੇ ਮੂੰਹ ਜ਼ੋਰ ਤੇ ਲਗਾਮ ਸਵਾਰ ਦੇ ਹੱਥ ਵਿੱਚ ਨਾ ਹੋਵੇ, ਫਿਰ ਕੀ ਹੋਵੇਗਾ? ਉਹ ਘੋੜਾ ਕਿਸੇ ਖੂਹ ਖਾਤੇ ਵਿੱਚ ਜਾ ਸੁੱਟੇ, ਆਪਣੀਆਂ ਵੀ ਲੱਤਾਂ ਤੁੜਾਏਗਾ ਤੇ ਸਵਾਰ ਦਾ ਵੀ ਕੱਖ ਨਹੀਂ ਰਹਿਣਾ। ਇਸੇ ਤਰ੍ਹਾਂ ਇਹ ਜਿਹੜੇ 10 ਦਰਵਾਜ਼ੇ ਹਨ, 9 ਦਾ ਜ਼ਿਕਰ ਤੁਸੀਂ ਪਹਿਲਾਂ ਸੁਣ ਚੁੱਕੇ ਹੋ। 2 ਅੱਖਾਂ, 2 ਕੰਨ ਦੀਆਂ ਮੋਰੀਆਂ, 2 ਨੱਕ ਦੀਆਂ ਮੋਰੀਆਂ, ਮੂੰਹ ਦੀ ਮੋਰੀ, ਲਿੰਗ ਗੁਦਾ, ਤੇ 10ਵਾਂ ਹੈ ਗਿਆਨ ਦਾ ਦਰਵਾਜ਼ਾ। ਇਹਨਾਂ 10 ਦਰਵਾਜ਼ਿਆਂ ਨੂੰ ਜਿਹੜਾ ਆਪਣੇ ਵਸ ਵਿੱਚ ਕਰ ਲੈ, ਕੰਟਰੋਲ ਵਿੱਚ ਕਰ ਲੈ, ਭਾਵ ਇਹਨਾਂ ਦੇ ਪਿੱਛੇ ਲੱਗ ਕੇ ਨਾ ਤੁਰੇ, ਬਲਕਿ ਇਹਨਾਂ ਨੂੰ ਆਪਣੀ ਮਰਜ਼ੀ ਮੁਤਾਬਕ ਤੋਰੇ। ਰੋਜ਼ ਅਸੀਂ ਆਨੰਦ ਸਾਹਿਬ 'ਚ ਪੜ੍ਹਦੇ ਹਾਂ, ਹਰ ਜੀਓ ਗੁਫਾ ਅੰਦਰ ਰੱਖ ਕੇ ਵਾਜਾ ਪਉਣ ਵਜਾਇਆ, ਵਜਾਇਆ ਵਾਜਾ ਪਾਉਣ, 9 ਦੁਆਰੇ ਪ੍ਰਗਟ ਕੀਏ, 10ਵਾਂ ਗੁਪਤ ਰਖਾਇਆ। ਗੁਰਦੁਆਰੇ ਲਾਏ ਭਾਮਨੀ, ਇੱਕ ਨਾ 10ਵਾਂ ਦੁਆਰ ਦਿਖਾਇਆ। ਤਾਹਾਂ ਅਨੇਕ ਰੂਪ ਨਾਉ ਨਵਨਿਤ, ਤਿਸਦਾ ਅੰਤ ਨ ਜਾਈ ਪਾਇਆ। ਕਹਿ ਨਾਨਕ ਹਰ ਪਿਆਰੇ, ਜੀਓ ਗੁਫਾ ਅੰਦਰ ਰੱਖ ਕੇ ਵਾਜਾ ਪਵਨ ਵਜਾਇਆ। ਬਸ ਜਿਨ੍ਹਾਂ ਤੇ ਫਿਰ ਗੁਰੂ ਦੀ ਕਿਰਪਾ ਹੋ ਜਾਂਦੀ। 10ਵੀਂ 10 ਦੁਆਰ ਬਸ ਕੀਨੇ, ਉਹ ਇਹਨਾਂ 10 ਦਰਵਾਜ਼ਿਆਂ ਨੂੰ ਆਪਣੇ ਅਧੀਨ ਕੰਟਰੋਲ ਵਿੱਚ ਕਰ ਲੈਂਦਾ। ਮਨ ਸੰਤੋਖ ਨਾਮ ਜਪ ਲੀਨੇ। ਹੁਣ ਦੇਖੋ ਇੱਥੇ ਮਨ ਦੇ ਨੰਨੇ ਨੂੰ ਸਿਆਰੀ ਹੈ, ਉਹਨਾਂ ਦੇ ਮਨ ਵਿੱਚ ਸੰਤੋਖ ਆ ਜਾਂਦਾ। ਉਹ ਕਿਸੇ ਵੀ ਹੇਰਾ ਫੇਰੀ ਦੇ ਢੰਗ ਨਾਲ ਦੂਜਿਆਂ ਦਾ ਧਨ ਕਸੁੱਟਣ ਦਾ ਯਤਨ ਨਹੀਂ ਕਰਦੇ। ਕਿਰਤ ਕਰਦੇ ਨੇ ਪਰ ਧਰਮ ਦੀ ਕਿਰਤ ਕਰਦੇ, ਕਿਉਂਕਿ ਗੁਰਮਤਿ ਵਿੱਚ ਤੇ ਧਰਮ ਦੀ ਕਿਰਤ ਪ੍ਰਵਾਨ ਹੈ। ਧਰਮ ਦੀ ਕਿਰਤ ਜਿਹੜੀ ਹੈ ਉਹ ਸਾਡੇ ਮਨ ਨੂੰ ਸ਼ੁੱਧ ਰੱਖਦੀ। ਧਰਮ ਦੀ ਕਿਰਤ ਕਰਨ ਵਾਲੇ ਕਦੇ ਠੱਗੀ ਠੋਰੀ ਨਹੀਂ ਕਰਦੇ। ਉਹ ਕਹਿੰਦੇ ਨਹੀਂ, ਜੇ ਮੇਰਾ ਮਾਲਕ ਇਤਨੇ ਵਿੱਚ ਮੈਨੂੰ ਰਾਜੀ ਰੱਖ ਲੈ, ਮੈਂ ਐਵੇਂ ਹੀ ਰਾਜੀ। ਤੋ ਇਸੇ ਲਈ ਪਾਤਸ਼ਾਹ ਨੇ ਨਿਰਣਾ ਕਰਕੇ ਦੱਸਿਆ ਕਿ ਬਿਨਾਂ ਸੰਤੋਖ ਨਹੀਂ ਕੋ ਰਾਜੇ, ਸੁਪਨ ਮਨੋਰਥ ਬਿਰਤੇ ਤਬ ਕਾਜੇ। ਨਾਮ ਰੰਗ ਸਰਬ ਸੁਖ ਹੋਏ, ਬੜ ਭਾਗੀ ਕਿਸੇ ਪ੍ਰਾਪਤ ਹੋਏ। ਜਿਹੜਾ ਫਿਰ ਗੁਰੂ ਦੀ ਸੰਗਤ ਕਰਦਾ, ਜਿਹੜਾ ਗੁਰਬਾਣੀ ਦੀ ਵਿਚਾਰ ਕਰਦਾ, ਉਹਨੂੰ ਸੋਝੀ ਮਿਲ ਜਾਂਦੀ। ਤੇ ਸੋਝੀ ਦੇ ਰੂਪ ਵਿੱਚ 10ਵੀਂ 10 ਦੁਆਰ ਬਸ ਕੀਨੇ। ਮਨ ਸੰਤੋਖ ਨਾਮ ਜਪ ਲੀਨੇ। ਉਹ ਫਿਰ ਪ੍ਰਮਾਤਮਾ ਦੇ ਨਾਮ ਨੂੰ ਜਪਦਾ। ਜਪਦੇ ਪੱਪੇ ਨੂੰ ਸਿਆਰੀ ਜਪਣਾ ਕਰਦਾ, ਤੇ ਜਿਉਂ ਜਿਉਂ ਨਾਮ ਨੂੰ ਜਪਦਾ ਤਿਉਂ ਤਿਉਂ ਉਹਦੇ ਮਨ ਵਿੱਚ ਸੰਤੋਖ। ਤੇ ਬਿਨਾਂ ਸੰਤੋਖ ਨਹੀਂ ਕੋ ਰਾਜੇ। ਵੇਖ ਲਓ ਦੁਨੀਆ ਦੇ ਲੋਕ ਮਾਰੋ ਮਾਰ ਕਰ ਰਹੇ, ਹਰ ਵੇਲੇ ਭੁੱਖ ਹੀ ਭੁੱਖ ਲੱਗੀ ਹੋਈ। ਇੰਨਾ ਕੁਝ ਹੁੰਦਿਆਂ ਹੋਇਆਂ ਵੀ ਕਦੇ ਰੱਜਦੇ ਹੀ ਨਹੀਂ। 10 ਵਸਤੂ ਲੈ ਪਾਛੈ ਪਾਵੈ, ਏਕ ਵਸਤ ਕਾਰਨ ਮੇ ਖੋਟ ਗਵਾਵੇ। ਏਕ ਵੀ ਨ ਦੇ 10 ਵੀ ਹਿਰ ਲੈ, ਤਉ ਮੂੜਾ ਕੋ ਕਹਾਂ ਕਰੇ। ਜਿਸ ठाकुर स्यो नाही चारा, ताको कीजै सद नमस्कारा।
ਦਸਵੀਂ 10 ਦੁਆਰ ਬਸ ਕੀਨੇ, ਮਨ ਸੰਤੋਖ ਨਾਮ ਜਪ ਲੀਨੇ। ਜਿਉਂ ਜਿਉਂ ਉਹ ਨਿਤਨੇਮ ਕਰਦੇ ਨੇ, ਬਾਣੀ ਪੜ੍ਹਦੇ ਨੇ, ਸਿਮਰਨ ਕਰਦੇ ਨੇ, ਉਹਨਾਂ ਨੂੰ ਸੰਤੋਖ ਆ ਜਾਂਦਾ। ਇਹ ਨਾਮ ਦੀ ਬਰਕਤ ਹੈ। ਤੇ ਫਿਰ ਉਹਨਾਂ ਨੂੰ ਸੱਚੇ ਸੁੱਖ ਦੀ ਪ੍ਰਾਪਤੀ ਹੁੰਦੀ। ਸੁਖ ਨਾਹੀ ਰੇ ਹਰ ਭਗਤ ਬਿਨਾ, ਜੀਤ ਜਨਮੇ ਰਤਨੇ ਮੋਲਕ। ਸਾਧ ਸੰਗਤ ਜਪ ਇੱਕ ਖਿਨਾ, ਮਨ ਸੰਤੋਖ ਨਾਮ ਜਪ ਲੀਨੇ। ਕਰਨੀ ਸੁਣੀਐ ਜਸ ਗੋਪਾਲ। ਕਰਨੀ ਤੋਂ ਭਾਵ ਹੈ ਕੰਨਾਂ ਦੇ ਨਾਲ, ਸੁਣੀਏ ਸੁਣਦੇ ਹਨ। ਜਸ ਗੋਪਾਲ, ਉਹ ਗੋਪਾਲ ਜੋ ਸਾਰੀ ਸ੍ਰਿਸ਼ਟੀ ਦੀ ਪਾਲਣਾ ਕਰਨ ਵਾਲਾ, ਜੋ ਸਾਰੀਆਂ ਇੰਦਰੀਆਂ ਨੂੰ ਸੱਤਿਆ ਦੇਣ ਵਾਲਾ, ਉਹਦਾ ਜਸ ਸੁਣਦੇ। ਤੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਗਰੰਟੀ ਦਿੰਦੇ ਨੇ, ਜੋ ਜੋ ਕਥੈ ਸੁਨੈ ਹਰ ਕੀਰਤਨ, ਤਾਕੀ ਦੁਰਮਤ ਨਾਸ। ਸਗਲ ਮਨੋਰਥ ਪਾਵੈ ਨਾਨਕ, ਪੂਰਨ ਹੋਵੈ ਆਸ। ਜਿਹੜਾ ਸੰਗਤ ਵਿੱਚ ਬਹਿ ਕੇ ਕੰਨਾਂ ਦੇ ਨਾਲ ਉਸ ਗੋਪਾਲ ਦਾ ਜਸ ਸੁਣੇਗਾ, ਉਹਦੀ ਖੋਟੀ ਮਤ ਦੂਰ ਹੋ ਜਾਏਗੀ, ਉਹਦਾ ਮਨ ਨਿਰਮਲ ਹੋ ਜਾਏਗਾ। ਉਹਨੂੰ ਸਮਝ ਆ ਜਾਏਗੀ ਕਿ ਇਹਨਾਂ 10 ਹੀ ਦਰਵਾਜ਼ਿਆਂ ਨੂੰ ਕਿਵੇਂ ਵਸ ਵਿੱਚ ਕਰਨਾ। ਦਸਵੀਂ 10 ਦੁਆਰ ਬਸ ਕੀਨੇ, ਮਨ ਸੰਤੋਖ ਨਾਮ ਜਪ ਲੀਨੇ। ਕਰਨੀ ਸੁਣੀਐ ਜਸ ਗੋਪਾਲ, ਨੈਣੀ ਪੇਖਤ ਸਾਧ ਦਇਆਲ। ਇਹਨਾਂ ਨੈਣਾਂ ਦੇ ਨਾਲ, ਅੱਖਾਂ ਦੇ ਨਾਲ ਦੇਖਦੇ ਹਨ ਉਹਨਾਂ ਗੁਰਮੁਖਾਂ ਦੇ ਦਰਸ਼ਨ, ਜੋ ਦਇਆ ਦੇ ਘਰ ਪਰਮਾਤਮਾ ਨਾਲ ਜੁੜੇ ਹੋਏ ਹਨ, ਤਥਾ ਉਹਨਾਂ ਮਹਾਂਪੁਰਖਾਂ ਪਰਉਪਕਾਰੀ ਜਨਾਂ ਦੇ ਦਰਸ਼ਨ ਕਰਦੇ। ਦੇਖੋ ਹੁਣ ਸਾਰੇ ਇੰਦਰੇ ਕਿਵੇਂ ਕਾਬੂ ਚਾਹੁੰਦੇ ਨੇ। ਉਹਨਾਂ ਨੇ ਕੰਨਾਂ ਦੀ ਵਰਤੋਂ ਪਰਮਾਤਮਾ ਦੀ ਕੀਰਤੀ ਸੁਣ ਲਈ ਲਾਈ, ਨੇਤਰਾਂ ਦੇ ਨਾਲ ਉਹਨਾਂ ਗੁਰਮੁਖਾਂ ਦੇ ਦਰਸ਼ਨ ਕੀਤੇ। ਤੇ ਰਸਨਾ ਗੁਣ ਗਾਵੇ ਬੇਅੰਤ, ਤੇ ਉਹਨਾਂ ਦੀ ਜੀਭਾ ਜਿਹੜੀ ਹੈ ਗੁਣ ਗਾਵੇ ਬੇਅੰਤ। ਉਹ ਪਰਮਾਤਮਾ ਜਿਸ ਦਾ ਅੰਤ ਨਹੀਂ ਪਾਇਆ ਜਾ ਸਕਦਾ, ਉਹ ਉਸ ਦੇ ਗੁਣ ਗਾਉਂਦੇ ਨੇ ਰਸਨਾ ਨਾਲ। ਇਸੇ ਲਈ ਰੋਜ਼ ਸਾਨੂੰ ਮੱਤ ਦਿੱਤੀ ਜਾਂਦੀ, ਇਹ ਰਸਨਾ ਤੂੰ ਅਨਰਤ ਰਾਚ ਰਹੀ, ਤੇਰੀ ਪਿਆਸ ਨਾ ਜਾਏ। ਪਿਆਸ ਨ ਜਾਏ ਹੋਰਤ ਕੀਤਾ, ਜਿਚਰ ਹਰ ਰਸ ਪੱਲੇ ਨ ਪਾਏ। ਹਰ ਰਸ ਪਾਏ ਪੱਲੇ, ਪੀਏ ਹਰ ਰਸ, ਬਹੁ ਨ ਤ੍ਰਿਸ਼ਨਾ ਲਾਗੇ ਆਏ। ਇਹ ਹਰ ਰਸ ਕਰਮੀ ਪਾਈਐ, ਸਤਿਗੁਰ ਮਿਲੇ ਜਿਸ ਆਏ। ਕਹਿ ਨਾਨਕ ਹੋਰ ਅਨਰਤ ਵਿਸਰੇ, ਜਾਂ ਹਰ ਵਸੈ ਮਨ ਆਏ। ਦੇਖੋ ਕਿਤਨੀ ਜੁਗਤੀ ਨਾਲ ਸਾਨੂੰ ਸਮਝਾ ਦਿੱਤਾ। ਭਾਈ ਇਹ 10 ਦਰਵਾਜ਼ੇ ਕਾਬੂ ਵਿੱਚ ਕੀਤੇ ਜਾ ਸਕਦੇ। ਦਸਵੀਂ 10 ਦੁਆਰ ਬਸ ਕੀਨੇ, ਮਨ ਸੰਤੋਖ ਨਾਮ ਜਪ ਲੀਨੇ। ਕਰਨੀ ਸੁਣੀਐ ਜਸ ਗੋਪਾਲ, ਨੈਣੀ ਪੇਖਤ ਸਾਧ ਦਇਆਲ। ਰਸਨਾ ਗੁਣ ਗਾਵੇ ਬੇਅੰਤ, ਮਨ ਮੈਂ ਚਿਤਵੈ ਪੂਰਨ ਭਗਵੰਤ। ਮਨ ਵਿੱਚ ਯਾਦ ਕਰਦੇ ਨੇ ਉਸ ਪੂਰਨ ਪਰਮਾਤਮਾ। ਇਸੇ ਲਈ ਮਹਾਰਾਜ ਸਾਨੂੰ ਸੁਖਮਨੀ ਸਾਹਿਬ ਵਿੱਚ ਸਮਝਾਉਂਦੇ, ਪਿਆਰਿਓ ਹਰ ਵੇਲੇ ਪਰਮਾਤਮਾ ਦਾ ਸਿਮਰਨ ਕਰੋ। ਸਾਸ ਸਾਸ ਇਹਨਾਂ ਸਵਾਸਾਂ ਦੀ ਸਫਲਤਾ ਲਈ ਉਸ ਗੋਬਿੰਦ ਦੇ ਗੁਣ ਸੁਣਨੇ ਕਰੋ, ਰਸਨਾ ਨਾਲ ਗੁਣ ਕਹਿਣੇ ਕਰੋ, ਤੋ ਜਿਨ੍ਹਾਂ ਤੇ ਫਿਰ ਉਹਦੀ ਕਿਰਪਾ ਹੋ ਜਾਂਦੀ। ਰਸਨਾ ਗੁਣ ਗਾਵੇ ਬੇਅੰਤ,
ਮਨ ਮੈਂ ਚਿਤਵੈ ਪੂਰਨ ਭਗਵੰਤ। ਹਸਤ ਚਰਨ ਸੰਤ ਟਹਿਲ ਕਮਾਈਐ। ਹਸਤ ਕਿਉਂਕਿ ਤੱਤਾ ਮੁਕਤਾ ਹੈ, ਦੋ ਹੱਥ ਨੇ। ਚਰਨ ਨੰਨਾ ਮੁਕਤਾ ਹੈ, ਦੋ ਚਰਨ ਨੇ। ਹੱਥਾਂ ਤੇ ਪੈਰਾਂ ਦੇ ਨਾਲ ਉਹ ਫਿਰ ਗੁਰਮੁਖਾਂ ਦੀ, ਸੰਤਾਂ ਦੀ, ਸੰਗਤਾਂ ਦੀ ਟਹਿਲ ਕਮਾਉਂਦੇ ਨੇ। ਲੰਗਰ ਵਿੱਚ ਜਾ ਕੇ ਜੂਠੇ ਬਰਤਨ ਮਾਂਜਦੇ ਨੇ, ਜੋੜੇ ਝਾੜਦੇ ਨੇ, ਝਾੜੂ ਫੇਰਦੇ ਨੇ। ਮਤਲਬ ਕਹਿਣ ਤੋਂ ਕਿ ਇਸ ਤਰ੍ਹਾਂ ਨਾਲ ਇਹਨਾਂ ਹੱਥਾਂ ਪੈਰਾਂ ਨੂੰ, ਇਸ ਮਨ ਨੂੰ, ਇਸ ਰਸਨਾ ਨੂੰ, ਇਹਨਾਂ ਅੱਖਾਂ ਨੂੰ, ਇਹਨਾਂ ਕੰਨਾਂ ਨੂੰ ਪਰਮਾਤਮਾ ਦੀ ਸੇਵਾ ਵਿੱਚ ਜੋੜਦੇ। ਹਸਤ ਚਰਨ ਸੰਤ ਟਹਿਲ ਕਮਾਈਐ। ਨਾਨਕ ਇਹ ਸੰਜਮ ਪ੍ਰਭ ਕਿਰਪਾ ਪਾਈਐ। ਇੱਥੇ ਹੁਣ ਸੰਜਮ ਦਾ ਮਤਲਬ ਹੈ ਜੀਵਨ ਜੁਗਤ। ਇਹ ਜੀਵਨ ਦਾ ਢੰਗ ਉਹਨਾਂ ਨੂੰ ਪ੍ਰਾਪਤ ਹੁੰਦਾ ਹੈ ਜਿਨ੍ਹਾਂ ਤੇ ਵਾਹਿਗੁਰੂ ਦੀ ਕਿਰਪਾ ਹੋ ਜਾਂਦੀ। ਇਸ ਵਾਸਤੇ ਆਓ ਅਸੀਂ ਨਿਤਾ ਪ੍ਰਤੀ ਅਰਦਾਸ ਕਰੀਏ, ਹੇ ਵਾਹਿਗੁਰੂ ਸਾਡੇ ਤੇ ਕਿਰਪਾ ਕਰੋ, ਉਹਨਾਂ ਦੇ ਦਰਸ਼ਨ ਬਖਸ਼ੋ ਜਿਨ੍ਹਾਂ ਦੇ ਦਰਸ਼ਨ ਕਰਕੇ, ਸੰਗਤ ਕਰਕੇ ਸਾਡਾ ਮਨ ਤੁਹਾਡੇ ਸਿਮਰਨ ਵਿੱਚ ਜੁੜ ਜਾਏ। ਤੋ ਗੁਰੂ ਮਹਾਰਾਜ ਨੇ 10ਵੀਂ ਥਿਤ ਦੁਆਰਾ ਸਾਨੂੰ ਇਹ ਉਪਦੇਸ਼ ਕੀਤਾ। ਆਓ ਇਸ ਤੋਂ ਪ੍ਰੇਰਨਾ ਲਈਏ ਤੇ ਪ੍ਰੇਰਨਾ ਲੈ ਕੇ ਆਪਣੇ ਜੀਵਨ ਨੂੰ ਸਫਲ ਬਣਾਈਏ।